ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੌਲ ਸਾਹਿਬ a very very good morning ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਅਰਸ਼ ਮਿਹਰਬਾਨੀ। ਆਪਣੇ ਸਾਰੇ ਸਰੋਤਿਆਂ ਨੂੰ ਵੀ, ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਜੀ। ਜੌਲ ਸਾਹਿਬ, ਗੱਲਬਾਤ ਕਰੀਏ ਇੰਟਰਨੈਸ਼ਨਲ ਸਟੂਡੈਂਟਸ ਦੇ ਬਾਰੇ ਐਂਡ ਇੰਟਰਨੈਸ਼ਨਲ ਸਟੂਡੈਂਟਸ ਨੂੰ ਪਲੈਨਿੰਗ ਅਤੇ ਇੱਥੋਂ ਦੀ ਨੌਲੇਜ ਬਾਰੇ ਪਹਿਲੋਂ ਹੀ ਜਦੋਂ ਵੀ ਆਉਂਦੇ ਨੇ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ ਜਾਂ ਵੇਅਰਐਵਰ ਕੰਟਰੀ ਤੋਂ, ਉਹਨਾਂ ਨੂੰ ਥੋੜ੍ਹੀ ਜਿਹੀ ਨੌਲੇਜ ਹੋਣੀ ਚਾਹੀਦੀ ਕਿ ਉਹ ਕਿਹੜੀ ਕੰਟਰੀ ਦੇ ਵਿੱਚ ਜਾ ਰਹੇ ਨੇ। ਇਹ ਸਟੈਪ ਬਾਈ ਸਟੈਪ ਕੀ ਕੁਛ ਹੋਣਾ ਚਾਹੀਦਾ ਕੈਨੇਡਾ ਵਿੱਚ, ਕਿੱਦਾਂ ਖਾਣਾ ਪੀਣਾ, ਕਿੱਦਾਂ ਦੇ ਪਾਸਿਸ ਨੇ, ਕੀ ਇਹਨਾਂ ਦਾ ਲਹਿਜ਼ਾ ਇੱਥੋਂ ਦਾ ਖਾਣ ਪੀਣ ਦਾ ਜਾਂ ਐਨੀਥਿੰਗ ਇਨ ਦਿਸ ਕੰਟਰੀ। ਇਹ ਇੱਕ ਫਾਰਮਰ ਸਟੂਡੈਂਟ ਨੇ ਐਡਵਾਈਸ ਕੀਤਾ ਹੈ ਜੀ ਇੰਟਰਨੈਸ਼ਨਲ ਸਟੂਡੈਂਟਸ ਨੂੰ। ਬਿਲਕੁਲ ਅਰਸ਼, ਇਸ ਤਰ੍ਹਾਂ ਜੀ ਵੀ ਹੁਣ ਆਪੋ ਆਪਣੇ ਘਰਾਂ ਤੋਂ ਬਿਹਤਰ ਜ਼ਿੰਦਗੀ ਦੀ ਤਲਾਸ਼ ਦੇ ਵਿੱਚ ਨਿਕਲਦੇ ਤਾਂ ਲੋਕ ਸਫਲ ਹੋਣ ਲਈ ਹੈ, ਪਰ ਵੱਡੀ ਤਾਦਾਦ ਉਹਨਾਂ ਦੀ ਹੋ ਨਿਬੜਦੀ ਹੈ। ਖਾਸ ਤੌਰ 'ਤੇ ਪਿਛਲੇ ਸਮੇਂ ਤੋਂ ਦੇਖ ਰਹੇ ਹਾਂ ਕਿ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਕਿ ਸਦਰਾਂ ਦੇ ਨਾਲ, ਮਿਹਨਤ ਦੇ ਨਾਲ ਪਰਿਵਾਰ ਉਹਨਾਂ ਦੇ ਉਹਨਾਂ ਨੂੰ ਉੱਥੋਂ ਰਵਾਨਾ ਕਰਦੇ ਨੇ, ਉਹ ਆਪ ਵੀ ਆਉਂਦੇ ਨੇ, ਆਉਂਦੀਆਂ ਨੇ, ਪਰ ਕਾਫੀ ਉਹਨਾਂ ਦੇ ਵਿੱਚ ਜ਼ਿਕਰਯੋਗ ਗਿਣਤੀ ਆ ਜਿਹੜੀਆਂ ਲਾਸ਼ਾਂ ਵਾਪਸ ਜਾਂਦੀਆਂ ਨੇ, ਜਾਂ ਫਿਰ ਕਈਆਂ ਦਾ ਤੇ ਦਿਮਾਗ ਹੀ ਇੱਥੇ ਆ ਕੇ ਫਿਰ ਜਾਂਦਾ ਵੀ ਉਹਨਾਂ ਨੂੰ ਵਾਪਸ ਹੀ ਉੱਥੇ ਛੱਡ ਕੇ ਆਉਣਾ ਪੈਂਦਾ, ਕਿਉਂਕਿ ਮਾਪਿਆਂ ਦਾ ਤਰਲਾ ਹੁੰਦਾ ਵੀ ਹੋਰ ਕੁਛ ਨਹੀਂ ਹੋ ਸਕਦਾ ਤੇ ਚਲੋ ਇਹਨੂੰ ਜੀਂਦੇ ਨੂੰ ਇੱਥੇ ਵਾਪਸ ਹੀ ਮੋੜ ਕੇ ਭੇਜ ਦਿਓ ਇਸ ਤੋਂ ਪਹਿਲਾਂ ਕਿ ਲਾਸ਼ ਆਵੇ। ਸੋ ਇਸ ਕਰਕੇ ਆ ਜੀ ਵੀ ਉਹ ਅਸਫਲਤਾਵਾਂ ਜਿਹੜੀਆਂ ਪੱਲੇ ਪੈਂਦੀਆਂ ਵੀ ਉਹਨਾਂ ਦੇ ਰੀਜ਼ਨਸ ਜਿਹੜੇ ਐਨਾਲਾਈਜ਼ ਕੀਤੇ ਜਾਣ, ਪੜਚੋਲੇ ਜਾਣ, ਤਾਂ ਕਿ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਯੂਥ ਇਹ ਕੈਨੇਡਾ ਦੇ ਵਿੱਚ ਆਪਣੇ ਕੋਈ ਸੁਪਨੇ ਸਜਾ ਕੇ ਆ ਰਹੇ ਨੇ, ਤੇ ਜਿਹੜੇ ਲੋਕ ਇਹ ਫੇਲਿਅਰ ਵਾਲੇ ਕਹਿ ਲਓ ਵੀ ਲੀਹੋਂ ਲੱਥ ਵੀ ਜਾਂਦੇ ਆ ਜਾਂ ਜਾਂਦੀਆਂ ਆ, ਵੀ ਉਹਨਾਂ ਨੂੰ ਵੀ ਕੋਈ ਰਸਤਾ ਜਿਹੜਾ ਮਿਲ ਸਕੇ। ਆਮ ਤੌਰ 'ਤੇ ਭਾਵੇਂ ਦਿਮਾਗਾਂ ਦੇ ਵਿੱਚ ਤਾਂ ਫਤੂਰ ਇਹੀ ਹੁੰਦਾ ਹੈ ਵੀ ਮੈਂ ਪੜ੍ਹ ਲਿਖ ਕੇ ਆਇਆ ਜੀ, ਮੈਂ ਅੰਗਰੇਜ਼ੀ 'ਚੋਂ ਨੰਬਰ ਲਏ ਆ ਜੀ, ਵੀ ਮੇਰੇ ਵਰਗੀ ਤਾਂ ਬੁੱਧੀਜੀਵੀ ਹੋਰ ਕੋਈ ਦੁਨੀਆ 'ਚ ਹੈ ਹੀ ਨਹੀਂ ਹੈ, ਆ ਕੈਨੇਡਾ ਦੇ ਲੋਕਾਂ ਨੂੰ ਤਾਂ ਕੁਛ ਪਤਾ ਹੀ ਨਹੀਂ ਹੈ, ਵਗੈਰਾ ਵਗੈਰਾ। ਇਸ ਤਰ੍ਹਾਂ ਦੀਆਂ ਚਲੋ ਗੱਲਾਂ ਦਿਮਾਗਾਂ ਦੇ ਵਿੱਚ ਆਮ ਤੌਰ 'ਤੇ ਆ ਜਾਂਦੀਆਂ, ਪਰ ਜਾਣੀ ਕਿ ਇਹ ਜਦੋਂ ਹੁਣ ਲੀਹੋ ਲੱਥ ਦੇ ਲੋਕਾਂ ਦੀ ਜ਼ਿੰਦਗੀ ਦੇਖ ਕੇ ਪਤਾ ਲੱਗ ਜਾਂਦਾ ਵੀ ਸਾਰਾ ਕੁਝ ਪਤਾ ਹੋਣ ਦਾ ਜਿਹੜਾ ਭੁਲੇਖਾ ਹੋਣਾ ਵੀ ਹੈ ਨਾ, ਅਕਸਰ ਜਦੋਂ ਮਤਲਬ ਇੱਕ ਦਿਮਾਗ ਦੀ ਹਰੇਕ ਦੀ ਸੀਮਾ ਆ, ਕੋਈ ਨਾ ਕੋਈ ਕਿਸੇ ਆਪੋ ਆਪਣੇ ਇੱਕ ਖੇਤਰ ਦੇ ਬਾਰੇ ਕਿਸੇ ਨੂੰ ਥੋੜ੍ਹੀ ਬਹੁਤੀ ਵੱਧ ਜਾਣਕਾਰੀ ਹੋ ਸਕਦੀ ਆ, ਪਰ ਜੇ ਹੁਣ ਕਿਸੇ ਦਾ ਕੋਈ ਘਮੰਡ ਫਤੂੜ ਦਿਮਾਗ ਦੇ ਵਿੱਚ ਐਵੇਂ ਹੀ ਹੋਵੇ ਵੀ ਮੈਨੂੰ ਸਭ ਕੁਛ ਹੀ ਪਤਾ, ਤੇ ਜਿਹੜੇ ਇੱਥੇ ਪੁਰਾਣੇ ਲੋਕ ਆ ਉਹਨਾਂ ਨੂੰ ਪਤਾ ਹੀ ਕੁਛ ਨਹੀਂ ਹੈ ਜੀ। ਪਰ ਜਿਹੜੇ ਜਾਣੀ ਕਿ ਅਰਸ਼ ਨੌਜਵਾਨ ਲੜਕੇ ਤੇ ਲੜਕੀਆਂ ਆਪਣੀ ਬੈਟਰ ਪਲੈਨਿੰਗ ਦੇ ਨਾਲ ਸਟੈਪ ਬਾਈ ਸਟੈਪ ਇਸ ਮੁਲਕ ਦੇ ਵਿੱਚ ਜਾਂ ਕਿਤੋਂ ਵੀ ਜਾਣੀ ਘਰੋਂ ਨਿਕਲ ਕੇ ਚੱਲਦੇ ਜਾਂ ਚੱਲਦੀਆਂ ਆ, ਉਹਨਾਂ ਦੇ ਪੱਲੇ ਜਿਹੜੀ ਸਕਸੈਸ ਆ ਜਾਣੀ ਕਾਮਯਾਬੀ ਮੁਕਾਬਲਤਨ ਕਿਤੇ ਵੱਧ ਤੇ ਆਸਾਨੀ ਨਾਲ ਪੈਂਦੀ ਆ। ਸੋ ਇਸ ਕਰਕੇ ਆ ਜੀ ਵੀ ਮਤਲਬ ਨੰਬਰ 1 ਰੂਲ ਜਿਹੜਾ ਐਕਸਪੀਰੀਅੰਸਡ ਸਟੂਡੈਂਟਸ ਹੈਗੇ ਆ, ਜਿਹੜੇ ਸਕਸੈਸਫੁਲ ਹੋ ਚੁੱਕੇ ਆ, ਸਕਸੈਸਫੁਲ ਇੱਥੇ ਕੀ ਸਮਝਿਆ ਜਾਂਦਾ, ਜਦੋਂ ਆਏ ਆ ਤੁਸੀਂ ਪੜ੍ਹਾਈ ਪੂਰੀ ਕਰਨੀ ਆ, ਅੱਛਾ ਉਹ ਪੜ੍ਹਾਈ ਪੂਰੀ ਕਰਨ ਦਾ ਚਲੋ ਇੱਕ ਆਪਣਾ ਸਟੈਪ ਨੈਕਸਟ ਆ ਵੀ ਉਸ ਤੋਂ ਬਾਅਦ ਫਿਰ ਅਸੀਂ PR ਲੈਣਾ ਆ। ਸੋ PR ਸਾਡਾ ਟੀਚਾ ਹੁੰਦਾ, ਸਕਸੈਸਫੁਲ ਉਹ ਸਮਝਿਆ ਜਾਂਦਾ ਜਿਹਦੇ ਪੱਲੇ PR ਪੈ ਗਿਆ। ਉਹ ਪੜ੍ਹਾਈ ਤੋਂ ਬਿਨਾਂ ਪੈ ਗਿਆ ਜਾਂ ਪੜ੍ਹਾਈ ਦੇ ਨਾਲ ਪੈ ਗਿਆ, ਦੈਟ ਡਜ਼ ਨਾਟ ਮੈਟਰ ਮੱਚ, ਬਟ ਲੱਗਦਾ ਇਹ ਆ ਵੀ ਜਾਣੀ PR ਤੱਕ ਪਹੁੰਚਣਾ ਇਹ ਸਕਸੈਸ ਦੀ ਜਿਹੜੀ ਆ ਟੌਪ ਪੌੜੀ ਦਾ ਕਹਿ ਲਓ ਵੀ ਪੌਡਾ ਸਮਝਿਆ ਜਾ ਸਕਦਾ। ਸੋ ਉਸ ਲਿਹਾਜ਼ ਨਾਲ ਇਹ ਆ ਕਿ ਪਲੈਨਿੰਗ ਫਰੋਮ ਡੇ 1 ਹੈ ਨਾ। ਸੋ ਕੁੱਲ ਮਿਲਾ ਕੇ ਜਾਣੀ ਕਿ ਵੀ ਇੱਥੇ ਆ ਕੇ ਆਮ ਤੌਰ 'ਤੇ ਜ਼ਿਆਦਾ ਸਟੂਡੈਂਟਸ ਜਿਹੜੇ ਖੱਜਲ ਜਾਂ ਫਿਰ ਖਰਾਬ ਜਾਂ ਫਿਰ ਲੀਹੋਂ ਲੱਥਦੇ ਜਾਂ ਲੱਥਦੀਆਂ ਉਹ ਸਮਝੇ ਜਾਂਦੇ ਆ, ਜਿਹੜੇ ਆਪੋ ਆਪਣੇ ਮੁਲਕਾਂ ਤੋਂ ਹੀ ਆਏ ਹੋਏ ਸਟੂਡੈਂਟਸ 2-4 ਦੇ ਨਾਲ ਰਹਿ ਰਹੇ ਆ, ਤੇ ਉਹਨਾਂ ਦਾ ਸਰਕਲ ਜਿਹੜਾ ਫਿਰ ਲਿਮਿਟਡ ਹੋ ਜਾਂਦਾ, ਤੇ ਉਹਨਾਂ ਨੂੰ ਪੁਖਤਾ ਜਿਹੜੀ ਇਨਫੋਰਮੇਸ਼ਨ ਓਥੈਂਟਿਕ ਵੀ ਇੱਥੋਂ ਦੀ ਫਿਰ ਨਹੀਂ ਪ੍ਰਾਪਤ ਹੁੰਦੀ, ਕਿਉਂਕਿ ਉਹ ਇੱਕ ਸਰਕਲ ਦੇ ਵਿੱਚ ਹੀ ਘੁੰਮ ਰਹੇ ਹਨ। ਸੋ ਕੁੱਲ ਮਿਲਾ ਕੇ ਜਾਣੀ ਕਿ ਇਹ ਸਮਝਿਆ ਜਾਂਦਾ ਵੀ ਹਰ ਇੱਕ ਨੂੰ ਇੱਥੇ ਆ ਕੇ ਥੋੜ੍ਹੇ ਬਹੁਤੇ ਜਿਹੜੇ ਕਨੈਕਸ਼ਨਜ਼ ਆ ਇੱਥੋਂ ਦੀਆਂ ਕਮਿਊਨਿਟੀਜ਼ ਦੇ ਨਾਲ, ਜਿਹੜੇ ਪਹਿਲਾਂ ਪੁਰਾਣੇ ਲੋਕ ਰਹਿ ਰਹੇ ਆ ਜਾਂ ਇੱਥੋਂ ਦੇ ਬੋਰਨ ਵੀ ਆ, ਵੀ ਉਹਨਾਂ ਦੇ ਨਾਲ ਆਪਣੇ ਜਿਹੜੇ ਆ ਉਹ ਕਨੈਕਸ਼ਨ ਆ ਉਹ ਸਟੈਬਲਿਸ਼ ਕਰਨੇ ਚਾਹੀਦੇ ਆ, ਆਪਣੇ ਆਪ ਨੂੰ ਗਰੋ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ, ਵੀ ਜਾਣੀ ਕਿ ਜਿਹੜੀ ਇਨਫੋਰਮੇਸ਼ਨ ਆ ਉਹ ਹੋਰ ਵੱਧ ਤੋਂ ਵੱਧ ਜਿਹੜੀ ਆ ਉਹ ਹਾਸਿਲ ਕਰਨੀ ਚਾਹੀਦੀ ਆ। ਅੱਜ ਕੱਲ੍ਹ ਜਾਣੀ ਕਿ ਵੀ ਇਹ ਗੂਗਲ ਤੇ YouTube ਤੇ ਬੜੀ ਡਿਪੈਂਡੈਂਸੀ ਆ ਯੂਥ ਦੀ, ਵੀ ਉੱਥੇ ਵੀ ਬਹੁਤ ਕੁਛ ਪਿਆ, ਉੱਥੇ ਬਹੁਤ ਕੁਛ ਜਾਣੀ ਗੰਦਗੀ ਵੀ ਪਈ ਆ, ਤੇ ਬਹੁਤ ਕੁਛ ਜਾਣੀ ਕਿ ਵੀ ਸਾਨੂੰ ਜ਼ਿੰਦਗੀ ਦੇ ਵਿੱਚ ਅੱਗੇ ਲਿਜਾਣ ਦੇ ਲਈ ਕੰਸਟਰਕਟਿਵ ਉਸਾਰੂ ਵੀ ਪਿਆ। ਗੱਲ ਸਿਰਫ ਲੱਭਣ ਦੀ ਆ, ਸੋ ਦਿਮਾਗ ਦੀ ਸੋਚ ਆ ਵੀ ਉਹਨੇ ਲੱਭਣਾ ਕੀ ਆ, ਜਾਂ ਸਭ ਕੁਝ ਉੱਥੇ ਹੀ ਆ ਜੀ। ਮਤਲਬ ਜੇ ਕੈਨੇਡਾ ਦੀਆਂ ਸਿਫਤਾਂ ਉੱਥੇ ਪਈਆਂ, ਕੈਨੇਡਾ ਦੇ ਨੁਕਸ ਵੀ ਉੱਥੇ ਹੀ ਪਏ ਆ, ਹੈ ਨਾ। ਬਜਾਏ ਇਹਦੇ ਕਿ ਨੁਕਸ ਅਸੀਂ ਆ ਕੇ ਕੱਢੀਏ,
ਇਹ ਵੀ ਜਿਹੜੇ ਉੱਥੇ ਗੂਗਲ ਤੇ YouTube ਕੀਤੇ ਜਾ ਸਕਦੇ ਆ ਵੀ ਕੈਨੇਡਾ ਦੇ ਵਿੱਚ ਨੁਕਸ ਕਿਹੜੇ ਆ ਹਨਾ ਜੀ। ਰਾਈਟ। ਸੋ ਕੁੱਲ ਮਿਲਾ ਕੇ ਇਹ ਹੈ ਜੀ ਵੀ ਜਾਣੀ ਇੱਥੋਂ ਦੀਆਂ ਕਮਿਊਨਿਟੀਜ਼ ਦੇ ਨਾਲ ਜਿਹੜਾ ਜੀ ਵੀ ਕਨੈਕਸ਼ਨਜ਼ ਆਪਣੇ ਬਿਲਡ ਕਰਨੇ, ਇਹਦੇ ਨਾਲ ਹੀ ਜਿਹੜਾ ਜੀ ਵੀ ਕੋਸ਼ਿਸ਼ ਕਰਨਾ ਵੀ ਜਾਣੀ ਕਿ ਵੀ ਜਿਹੜਾ ਆਪਣਾ ਰਹਿਣ ਸਹਿਣ ਆ ਜਾਂ ਫਿਰ ਆਪਣਾ ਜਿਹੜਾ ਕੰਮ ਆ, ਜੋਬ ਆ, ਵੀ ਉਹ ਉੱਥੋਂ ਕੁ ਤੱਕ ਹੀ ਨਾ ਘੁੰਮੀ ਜਾਓ ਕਿ ਜਿਹੜੇ ਤੁਹਾਡੇ ਆਪਣੇ ਦੇਸ਼ ਤੋਂ ਆਏ ਹੋਏ ਲੋਕ ਆ ਉਹਨਾਂ ਦੇ ਵਿੱਚ ਹੀ ਵਿਚਰ ਕੇ ਜਿਹੜਾ ਜੀ ਫਿਰ ਤੁਸੀਂ ਇੱਕ ਸਰਕਲ ਦੇ ਵਿੱਚ ਹੀ ਘੁੰਮੀ ਜਾਓ, ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਦੱਸਿਆ ਹੈ ਜੀ। ਤੋ ਕਾਮਯਾਬੀ ਜਿਹੜੀ ਆ ਜੀ ਜਾਣੀ ਕਿ ਸੌਖੀ ਉਹ ਨੌਜਵਾਨ ਲੜਕੇ ਲੜਕੀਆਂ ਇੱਥੇ ਪ੍ਰਾਪਤ ਕਰ ਰਹੇ ਆ ਜਿਹੜੇ ਕਿ ਐਨ ਦਿਲ ਲਗਾ ਕੇ ਆਪਣੀ ਪੜ੍ਹਾਈ ਪੂਰੀ ਕਰਦੇ ਨੇ। ਸਟੈਪ 1 ਹੋ ਗਿਆ। ਉਸ ਤੋਂ ਬਾਅਦ ਓਪਨ ਵਰਕ ਪਰਮਿਟ ਲਿਆ ਜਾਂਦਾ। ਸਟੈਪ 2 ਹੋ ਗਿਆ, ਮਿਹਨਤ ਕੀਤੀ ਜਾਂਦੀ ਹੈ, ਕੁਆਲੀਫਾਈ ਕੀਤਾ ਜਾਂਦਾ ਆਪਣੇ ਆਪ ਨੂੰ PR ਦੇ ਲਈ, ਤੇ ਬੜੀ ਸ਼ਾਨ ਦੇ ਨਾਲ ਜਿਹੜੇ ਆ ਜੀ ਵੀ ਹਜ਼ਾਰਾਂ ਹੀ ਦੀ ਤਾਦਾਦ ਦੇ ਵਿੱਚ ਜਿਹੜੇ ਨੌਜਵਾਨ ਇੱਥੇ ਆਪਣੇ ਆਪ ਨੂੰ ਐਸਟੈਬਲਿਸ਼ ਕਰ ਪਾ ਰਹੇ ਆ। ਬੜੇ ਬਿਜ਼ਨਸ ਵੀ ਉਹਨਾਂ ਨੇ ਹੁਣ ਤੱਕ ਖੋਲ੍ਹੇ ਹੋਏ ਆ ਜਿਹੜੇ ਪਹਿਲਾਂ ਦੇ ਆਏ ਹੋਏ ਲੋਕ ਨੇ ਜੀ। ਇਹਦੇ ਨਾਲ ਹੀ ਵੀ ਜਾਣੀ ਜਿਹੜੇ ਲੋਕ ਇੱਥੇ ਆ ਕੇ ਫਿਰ ਮਹਿੰਗੀਆਂ ਗੱਡੀਆਂ ਦੇ ਚੱਕਰਾਂ 'ਚ, ਗੇੜੀਆਂ ਮਾਰਨ ਦੇ ਚੱਕਰਾਂ ਦੇ ਵਿੱਚ, ਵੀ LMIA ਖਰੀਦਣ ਦੀ ਚੱਕਰਾਂ ਦੇ ਵਿੱਚ ਜਾਣੀ ਕਿ ਇਹੋ ਜਿਹੀਆਂ ਭੇਡ ਚਾਲਾਂ ਦੇ ਵਿੱਚ ਫਸਦੇ ਤੇ ਫਸਦੀਆਂ ਆ, ਉਹਨਾਂ ਦੇ ਜਾਣੀ ਲੀਹੋਂ ਲੱਖਣ ਦਾ ਰਾਹ ਹਰ ਵੇਲੇ 24 ਘੰਟੇ ਹੀ ਖੁੱਲਿਆ ਰਹਿੰਦਾ। ਸੋ ਫਿਰ ਇਹ ਜਾਣੀ ਕਿ ਇਹਨਾਂ ਚੱਕਰਾਂ 'ਚ ਜਿਹਨੇ ਆਉਂਦੇ ਹੀ ਪੈ ਜਾਣਾ, ਸੋ ਉਹਦੀ ਜਿਹੜੀ ਆ ਉਹ ਸਕਸੈਸ ਕਹਿ ਲਓ PR ਵਾਲੀ ਕਹਾਣੀ ਆ ਕਾਫੀ ਅਧੂਰੀ ਰਹਿਣ ਦੇ ਜਿਹੜੇ ਆ ਉਹ ਸਬੱਬ ਬਣ ਜਾਂਦੇ ਆ। ਸੋ ਆਮ ਤੌਰ ਤੇ ਇਹ ਕਿਹਾ ਜਾਂਦਾ ਜੀ ਵੀ ਅਸੀਂ ਫਲਾਣੇ ਜਗ੍ਹਾ ਤੇ ਗਏ, ਇੰਨੇ ਪੈਸੇ ਮੰਗ ਲਏ। ਹੁਣ ਹਰ ਇੱਕ ਜਿਹੜਾ ਬੇਈਮਾਨ ਜਾਂ ਬੇਈਮਾਨਣੀ ਹੈ ਨਾ ਅਰਸ਼, ਜੇ ਕੋਈ LMIA ਵੇਚ ਵੀ ਰਹੇ ਆ, ਫਰਜ਼ ਕਰੋ ਠੱਗ ਤੇ ਠੱਗਣੀਆਂ, ਤੇ ਉਹ ਕਸਾਈ ਤੇ ਬੱਕਰਾ ਕੱਟਣ ਨੂੰ ਤਿਆਰ ਬੈਠਾ ਹੁੰਦਾ। ਇਹ ਹੁਣ ਜੇ ਬੱਕਰਾ ਜੇ ਆਪ ਕੱਟਣ ਜਾ ਰਿਹਾ $20,000 $50,000 ਹੱਥ ਦੇ ਵਿੱਚ ਲੈ ਕੇ, ਤੇ ਕਸਾਈ $20,000 ਕਿਹਨੂੰ ਮਾੜਾ ਲੱਗਦਾ? ਉਹ LMIA ਵੇਚਣ ਵਾਲਾ ਤੇ ਫਿਰ ਵੇਚੂਗਾ ਹੀ ਨਾ ਜੀ, ਕਿਉਂਕਿ ਉਹ ਤੇ ਵੇਚਣ ਨੂੰ ਬੈਠਾ। ਸੋ ਕੋਈ ਵੀ ਦੁਕਾਨਦਾਰ ਅਕਸਰ ਤਾਂ ਸਫਲ ਹੈ ਜੋ ਤੇ ਗਾਹਕ ਜਾ ਰਿਹਾ ਸੀ। ਸੋ ਇਸ ਕਰਕੇ ਵੀ ਇਹ LMIA ਦੇ ਭੇਡ ਚਾਲ ਦੇ ਵਿੱਚ ਗਾਹਕ ਬਣੀ ਜਾਣਾ ਬਜਾਏ ਇਹਦੇ ਕਿ ਹੋਰ ਕਿੰਨੇ ਰਸਤੇ ਆ ਕੈਨੇਡਾ ਦੇ ਵਿੱਚ ਆਸਾਨੀ ਨਾਲ ਪੱਕੇ ਹੋਣ ਦੇ ਲਈ, ਤੇ ਜਿਹੜੇ ਵੀ ਆਲਮੋਸਟ ਲਾਈਕ ਉਹਦੇ ਤੇ ਕੋਈ ਬਹੁਤੀ ਇਨਵੈਸਟਮੈਂਟ ਕਰਨ ਦੀ ਲੋੜ ਵੀ ਨਹੀਂ ਹੁੰਦੀ, ਸਿਰਫ ਆਪਣੇ ਆਪ ਨੂੰ ਕੁਆਲੀਫਾਈ ਕਰਨ ਦੇ ਲਈ ਥੋੜਾ ਜਿਹਾ ਤਰੱਦਦ ਸਹਿਣਾ ਪੈਂਦਾ ਹੁੰਦਾ ਜੀ। ਇਸ ਕਰਕੇ ਇਹ LMIA ਖਰੀਦਣ ਦੀ ਜਿਹੜੀ ਭੇਡ ਚਾਲ, ਚਲੋ ਵੇਚਣਾ ਤੇ ਗਲਤੀ ਹੈ ਹੀ ਹੈ, ਪਰ ਖਰੀਦਣ ਦੀ ਵੀ ਜਿਹੜੀ ਭੇਡ ਚਾਲ ਇੱਕ ਦੂਜੇ ਨੂੰ ਸੁਣਾ ਕੇ ਗਾਂਹ ਤੋਂ ਗਾਂਹ ਬਹੁਤ ਜ਼ਿਆਦਾ ਵਧਾਈ ਗਈ। ਇਹਦੇ ਨਾਲ ਵੀ ਜਾਣੀ ਕਿ ਕਸਾਈਆਂ ਨੂੰ ਬੱਕਰੇ ਕੱਟਣ ਦਾ ਹੋਰ ਮੌਕਾ ਮਿਲਦਾ ਰਿਹਾ ਆਪਣੀਆਂ ਦੁਕਾਨਾਂ ਦੇ ਵਿੱਚ ਬਹਿ ਕੇ ਜੀ। ਸੋ ਇਸ ਕਰਕੇ ਇਹ ਹੈ ਜੀ ਵੀ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਸੁਪਨਾ ਜੇ ਬੈਟਰ ਲਾਈਫ ਦਾ ਹੈ ਤੇ ਸਾਨੂੰ ਆਪਣੀਆਂ ਮਜਬੂਰੀਆਂ ਦੀਆਂ ਮੂੰਗਲੀਆਂ ਉਹ ਕੱਛਾਂ 'ਚ ਲੈ ਕੇ ਇੱਥੇ ਆਉਣ ਦੀ ਲੋੜ ਕੋਈ ਨਹੀਂ। ਉਹਨਾਂ ਨੂੰ ਉੱਥੇ ਸਾਰੀਆਂ ਗੰਦਗੀਆਂ ਨੂੰ ਛੱਡ ਕੇ ਇੱਥੇ ਆ ਕੇ ਆਪਣੀ ਲਾਈਫ ਨੂੰ ਬੈਟਰ ਪਲਾਨ ਕਰਨਾ, ਨਿਮਰਤਾ ਦੇ ਨਾਲ ਰਹਿਣਾ। ਨਿਮਰਤਾ ਦੇ ਨਾਲ ਰਹਿਣ ਵਾਲੇ ਲੋਕ ਇੱਥੇ ਸਾਰੀ ਦੁਨੀਆ 'ਚ ਹੀ ਹਾਂਜੀ ਆਪਾਂ ਕਹਿੰਦੇ ਜੀ ਵੀ ਮਿੱਠਤ ਨੇ ਵੀ ਨਾਨਕਾ ਗੁਣ ਚੰਗਿਆਈਆਂ ਤੱਤ ਬਾਣੀ ਦੇ ਵਿੱਚ ਹੈ। ਸੋ ਉਹ ਮਿੱਠਤ ਜੇ ਗ੍ਰਹਿਣ ਕੀਤੀ ਜਾਵੇ ਘਰੋਂ ਨਿਕਲ ਕੇ, ਤੇ ਵਿਅਕਤੀ ਦੇ ਸਫਲ ਹੋਣ ਦੇ ਜਿਹੜੇ ਆ ਰਸਤੇ ਉਹ ਜ਼ਿਆਦਾ ਖੁੱਲ ਜਾਂਦੇ ਆ, ਬਜਾਏ ਇਹਦੇ ਕਿ ਆਪਣੇ ਹੰਕਾਰ ਦੇ ਵਿੱਚ ਹੀ ਫਿਰੀ ਜਾਣਾ ਵੀ ਮੇਰੇ ਵਰਗਾ ਤੇ ਦੁਨੀਆ ਦੇ ਵਿੱਚ ਵਰਗੀ ਕੋਈ ਹੋਰ ਪੈਦਾ ਹੀ ਨਹੀਂ ਹੋਇਆ ਜੀ। ਇਸ ਕਰਕੇ ਜਿਹੜੇ ਲੋਕ ਮਿੱਠਤ ਵਿੱਚ ਰਹਿੰਦੇ ਨੇ, ਨਿਮਰਤਾ ਵਿੱਚ ਰਹਿੰਦੇ ਨੇ। ਤੇ ਦੂਸਰਾ ਇਹ ਆ ਜੀ ਵੀ ਇੱਕ ਹੋਰ ਵੀ ਜਿਹੜੀ ਕਾਰਗਰ ਗੱਲ ਜਿਹੜੀ ਆ ਨਾ ਸਫਲ ਨੌਜਵਾਨਾਂ ਦੇ ਵੱਲੋਂ ਦੱਸੀ ਜਾਂਦੀ ਆ ਵੀ ਇੱਥੇ ਕਿਸੇ ਵੀ ਇੰਪਲੋਇਰ ਦੇ ਕੋਲ ਜਾ ਕੇ ਤੁਹਾਨੂੰ ਆਪਣੇ ਪੂਰੇ ਪੱਤੇ ਖੋਲਣ ਦੀ ਲੋੜ ਨਹੀਂ ਹੈ ਵੀ ਤੁਸੀਂ ਸਟੂਡੈਂਟ ਹੋ, ਤੁਹਾਡੀ ਲਾਈਫ ਕਿੱਦਾਂ ਦੀ ਹੈ। ਜਸਟ ਇੰਪਲੋਇਰ ਨੂੰ ਇੰਨਾ ਹੀ ਪਤਾ ਹੋਣਾ ਚਾਹੀਦਾ ਵੀ ਕੈਨੇਡਾ ਦੇ ਵਿੱਚ ਤੁਸੀਂ ਕੰਮ ਕਰ ਸਕਦੇ, ਤੁਹਾਡੇ ਕੋਲ ਆਥੋਰਾਈਜ਼ੇਸ਼ਨ ਹੈਗੀ ਕਿ ਨਹੀਂ ਹੈਗੀ। ਸੋ ਜ਼ਿਆਦਾ ਆਪਣੇ ਜਿਹੜਾ ਉੱਥੇ ਜਾ ਕੇ ਵਰਕਰ ਇੰਪਲੋਇਰ ਦੇ ਕੋਲ ਪੱਤੇ ਖੋਲੂ, ਮਤਲਬ ਕਿ ਆਪਣੀਆਂ ਕਮਜ਼ੋਰੀਆਂ ਗਿਣਾਊ, ਤੇ ਜਿਹੜਾ ਸ਼ਾਤਰ ਦਿਮਾਗ ਵਿਅਕਤੀ ਆ ਬੈਠਾ ਕਹਿ ਲਓ ਵੀ ਇੰਪਲੋਇਰ ਜਾਂ ਫਿਰ ਕਸਾਈ ਉਹਨੇ ਬੱਕਰਾ ਕੱਟਣਾ ਆ, ਤੇ ਉਹ ਕਮਜ਼ੋਰੀਆਂ ਨੋਟ ਕਰਕੇ ਉਸ ਤਰੀਕੇ ਦੇ ਨਾਲ ਜਿਹੜਾ ਤੁਹਾਨੂੰ ਵਲ ਪਾਉਣਾ ਸ਼ੁਰੂ ਕਰੂਗਾ ਜਾਂ ਕਰੂਗੀ। ਸੋ ਕੁੱਲ ਮਿਲਾ ਕੇ ਆਪਣੀਆਂ ਕਮਜ਼ੋਰੀਆਂ ਜਿਹੜੀਆਂ ਇੰਪਲੋਇਰ ਕੋਲ ਬਹੁਤੀਆਂ ਅਨਨੈਸੈਸਰੀਲੀ ਗਣਾਉਣ ਦੀ ਲੋੜ ਕੋਈ ਨਹੀਂ ਹੁੰਦੀ। ਸੋ ਇਸ ਕਰਕੇ ਥੋੜ੍ਹਾ ਜਿਹਾ ਜੀ ਵੀ ਬੱਚੇ ਆਉਂਦੇ ਨੇ, ਵੈਲਕਮ, ਬਹੁਤ ਸਦਰਾਂ ਦੇ ਨਾਲ ਉੱਥੋਂ ਤੁਰਦੀਆਂ ਨੇ ਅਰਦਾਸਾਂ ਤੇ ਪਾਰਟੀਆਂ ਦੇ ਨਾਲ ਜੀ। ਉਹ ਜ਼ਿੰਦਗੀ ਦੇ ਵਿੱਚ ਅਰਦਾਸਾਂ ਜਿਹੜੀਆਂ ਜੀ ਵੀ ਨੇਪਰੇ ਚੜ੍ਹਨ, ਪਾਰਟੀਆਂ ਵਾਲਾ ਮਾਹੌਲ ਜਿਹੜਾ ਉਹ ਬਣਿਆ ਰਵੇ, ਉਹਦੇ ਲਈ ਜਿੰਨਾ ਕੁ ਜਿਹੜਾ ਤਪ ਸਹਿਣ ਦੀ ਲੋੜ ਆ 4 ਸਾਲ ਉਹ ਸਹਿ ਲਿਆ ਜਾਵੇ, ਤੇ ਬਾਕੀ ਦੀ ਜ਼ਿੰਦਗੀ ਜਿਹੜੀ ਉਹ ਕੈਨੇਡਾ ਦੇ ਵਿੱਚ ਸਫਲ ਵੀ ਹੋ ਸਕਦੀ ਹੈ ਤੇ ਆਨੰਦਮਈ ਵੀ ਹੋ ਸਕਦੀ ਹੈ। ਜੋਲ ਸਾਹਿਬ, ਅਗਲੀ ਖਬਰ ਨੂੰ ਵਧਦੇ ਹਾਂ। ਜਿਹੜੇ ਇਸ ਕਹਿ ਲਓ ਕਿ ਸਪੀਡਿੰਗ ਦੇ ਵਿੱਚ ਜੋ ਸਟੰਟ ਡਰਾਈਵਿੰਗ ਕਹਿ ਲਓ ਕਿ ਤੁਸੀਂ 110 ਦੇ ਉੱਤੇ ਜਾਂਦੇ ਹੋ, ਤੁਹਾਨੂੰ ਸਟੰਟ ਡਰਾਈਵਿੰਗ ਕਿਹਾ ਜਾ ਰਿਹਾ ਜੀ। ਸਟੰਟ ਡਰਾਈਵਰਸ ਨੂੰ ਹੁਣ ਇੱਕ ਰੂਲ ਹੈ ਜੀ ਕਿ ਦੇ ਹੈਵ ਟੂ ਪਾਸ ਅ ਡਰਾਈਵਰ ਇੰਪਰੂਵਮੈਂਟ ਕੋਰਸ ਐਜ਼ ਅ ਪੈਨਲਟੀ ਟੂ ਗੈਟ देयर ਲਾਇਸੈਂਸ ਬੈਕ ਇਨ ਓਨਟਾਰੀਓ। ਬਿਲਕੁਲ ਅਰਸ਼ੇ, ਨਾ
ਹੁਣੇ 1 ਅਪ੍ਰੈਲ ਤੋਂ ਹੀ ਕਹ ਲਓ ਕਿ ਲਾਸਟ ਵੀਕ ਹੀ ਇਹ ਨਵਾਂ ਰੂਲ ਜਿਹੜਾ ਜੀ ਇੰਪਲੀਮੈਂਟ ਕੀਤਾ ਗਿਆ। ਵੈਸੇ ਤੇ ਜੋ ਕੁਝ ਵੀ ਇਹ ਭਾਵੇਂ ਸ਼ਰਾਬ ਪੀ ਕੇ ਨਸ਼ਈ ਹੋ ਕੇ ਗੱਡੀਆਂ ਚਲਾਈਆਂ ਹੋਣ ਜਾਂ ਸਟੰਟ ਡਰਾਈਵਿੰਗ ਆ, ਕਿਸੇ ਵੀ ਜਾਣੀ ਕਿ ਵੀ ਇਹੋ ਜਿਹੀ ਅਕੜ ਤੱਕੜ ਆਦਤ ਦੇ ਨਾਲ ਆਪਣਾ ਲਾਇਸੈਂਸ ਗਵਾ ਲਿਆ ਹੋਵੇ ਤੇ ਉਹਨੂੰ ਲੈਣ ਦਾ ਵਾਪਸ ਇੱਕ ਪ੍ਰੋਸੀਜਰ ਆ, ਤੇ ਪ੍ਰੋਸੀਜਰ ਹੀ ਆਪਣੇ ਆਪ ਦੇ ਵਿੱਚ ਹੀ ਸਜ਼ਾ ਦਾ ਹਿੱਸਾ ਹੀ ਆ ਵੀ ਉਹਨੂੰ ਲੈਣਾ ਕੋਈ ਸੌਖਾ ਕੰਮ ਨਹੀਂ। ਬਹੁਤ ਸਾਰੇ ਲੋਕਾਂ ਦੀਆਂ ਤੇ ਜੋਬਾਂ ਆਪਾਂ ਦੇਖਿਆ ਵੀ ਚਲੇ ਜਾਂਦੀਆਂ। ਹਾਂਜੀ, ਸ਼ਾਨਦਾਰ ਟਰੱਕਾਂ ਤੋਂ ਆਪਾਂ ਸਾਈਕਲਾਂ ਤੇ ਪੈਦਲ ਤੁਰੇ ਜਾਂਦੇ ਲੋਕ ਜਿਹੜੇ ਜੀ ਬਾਅਦ ਚ ਪਛਤਾਉਂਦੇ ਫਿਰ ਤੇ ਸਾਨੂੰ ਸਮੇਂ ਸਿਰ ਅਕਲ ਕਰਨੀ ਚਾਹੀਦੀ ਸੀ। ਸੋ ਕਾਫੀ ਜਾਣੀ ਕਿ ਫਿਰ ਰੜਨਾ ਪੈਂਦਾ ਫਿਕਰਾਂ ਦੇ ਵਿੱਚ ਜੀ। ਸੋ ਕੁੱਲ ਮਿਲਾ ਕੇ ਇਹ ਹੈ ਜੀ ਵੀ ਇਹ ਸਟੰਟ ਡਰਾਈਵਿੰਗ ਹੁਣ ਪਤਾ ਹੀ ਆ ਭੈਣ ਭਰਾਵਾਂ ਨੂੰ ਕਿ ਵੀ ਜਿਹੜੇ ਲੋਕ ਇਹ ਪੋਸਟਡ ਸਪੀਡ ਤੋਂ ਪਹਿਲਾਂ 50 ਕਿਲੋਮੀਟਰ ਅਪ ਹੁੰਦਾ ਸੀ, ਹੁਣ ਇਹਨਾਂ ਨੇ ਪਿਛਲੇ ਸਮੇਂ ਤੋਂ 40 ਕੀਤਾ ਹੋਇਆ ਜੀ। ਜੇ ਫਰਜ਼ ਕੀਤਾ 100 ਹਾਈਵੇ ਤੇ ਸਪੀਡ ਹੈ ਤੇ 140 ਤੇ ਜਾ ਰਹੇ ਨੇ ਤੇ ਉਹ ਸਟੰਟ ਡਰਾਈਵਿੰਗ ਹੈ ਜੀ, ਤੇ ਫਿਰ ਚਾਰਜ ਜਿਹੜਾ ਬੜਾ ਭੈੜਾ ਲੱਗਦਾ ਹੈ। ਉਹਦਾ ਜਿਹੜਾ ਫਾਈਨ ਵੀ ਮੋਟਾ ਹੈ ਤੇ ਜੇਲ੍ਹ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ, ਤੇ ਲਾਇਸੈਂਸ ਤੇ ਗੱਡੀ ਮੌਕੇ ਤੇ ਜਿਹੜੀ ਆ ਪੁਲਿਸ ਰੱਖ ਲੈਂਦੀ ਹੈ, ਤੇ ਫਿਰ ਗਾਂਹ ਜਾਂ ਪਛਾਣ ਨੂੰ ਜਿੱਧਰ ਨੂੰ ਜਾਣਾ ਹੋਵੇ ਉਹ ਆਉਣ ਜਾਣ ਦਾ ਪ੍ਰਬੰਧ ਵੀ ਪੈਦਲ ਜਾਣਾ ਜਾਂ ਟੈਕਸੀ ਕਰਨੀ ਜਾਂ ਵਟਐਵਰ ਮਤਲਬ ਪ੍ਰਬੰਧ ਆਪਣਾ ਆਪ ਕਰਨਾ ਪੈਂਦਾ ਜੀ। ਸੋ ਉਸ ਲਿਹਾਜ਼ ਨਾਲ ਇਹ ਹੈ ਜੀ ਕਿ ਹੁਣ ਜਿਹੜਾ ਇਹ ਡਰਾਈਵਰ ਜਾਣੀ ਕਿ ਸਟੰਟ ਡਰਾਈਵਿੰਗ ਦੇ ਵਿੱਚ ਕਨਵਿਕਟ ਹੋ ਜਾਊ, ਮਤਲਬ ਕੋਰਟ ਉਹਨੂੰ ਸਜ਼ਾ ਗਿਲਟੀ ਕਰ ਦਊ, ਤੇ ਫੇਰ ਵੀ ਜਾਣੀ ਉਹਨੂੰ ਲਾਇਸੈਂਸ ਜੇ ਵਾਪਸ ਲੈਣਾ ਪੈਣਾ। ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਲਾਇਸੈਂਸ ਤੇ ਹਰ ਇੱਕ ਇੱਥੇ ਗਹਿਣਾ ਆ, ਜਿਸ ਤਰ੍ਹਾਂ ਅਸੀਂ ਗਹਿਣੇ ਸੰਭਾਲ ਕੇ ਰੱਖਦੇ ਹਾਂ ਉੱਦਾਂ ਹੀ ਡਰਾਈਵਿੰਗ ਲਾਇਸੈਂਸ ਜਿਹੜਾ ਜ਼ਿੰਦਗੀ ਦਾ ਹਿੱਸਾ ਉਹਨੂੰ ਸੰਭਾਲ ਕੇ ਰੱਖਣਾ। ਜਦੋਂ ਵੀ ਘਰੋਂ ਕਦਮ ਬਾਹਰ ਪੁੱਟਣਾ ਤੇ ਫਿਰ ਅਕਸਰ ਤੇ ਡਰਾਈਵਿੰਗ ਲਾਇਸੈਂਸ ਦੀ ਲੋੜ ਪੈਣੀ ਹੈ ਜੇ ਗੱਡੀ ਕੋਲ ਹੈਗੀ ਆ। ਤੇ ਸੋ ਕੁੱਲ ਮਿਲਾ ਕੇ ਜਾਣੀ ਕਿ ਫਿਰ ਇਹ ਹੈ ਜੀ ਵੀ ਇਹ ਡਰਾਈਵਿੰਗ ਲਾਇਸੈਂਸ ਆ ਜਿਹੜਾ ਜੇ ਇੱਕ ਵਾਰੀ ਸਸਪੈਂਡ ਹੋਇਆ ਜਾਂ ਪੁਲਿਸ ਨੇ ਜਾਣੀ ਰੱਖਿਆ ਹੋਇਆ ਤੇ ਜੇ ਉਹ ਵਾਪਸ ਲੈਣਾ ਤੇ ਇਹ ਸਜ਼ਾ ਦੇ ਰੂਪ ਦੇ ਵਿੱਚ ਜਾਣੀ ਬਹੁਤ ਸਾਰੇ ਲਾਇਸੈਂਸੀਜ਼ ਨੂੰ ਪਤਾ ਆ ਵੀ ਜੇ ਉਹਨਾਂ ਤੇ ਕੋਈ ਚਾਰਜ ਲੱਗ ਜਾਏ, ਕੰਪਲੇਂਟ ਚਲੇ ਜਾਏ, ਤੇ ਅਕਸਰ ਉਹਨਾਂ ਨੂੰ ਫਿਰ ਕੋਰਸ ਕਰਵਾਏ ਜਾਂਦੇ ਆ ਕਿ ਤੁਹਾਨੂੰ ਹਜੇ ਪ੍ਰੋਫੈਸ਼ਨ ਦਾ ਬੜਾ ਪਤਾ ਨਹੀਂ ਲੱਗਾ ਤੇ ਇੱਧਰ ਆਓ ਆਹ ਕੋਰਸ ਕਰੋ। ਤੇ ਉਹ ਕੋਰਸ ਦੀ ਫੀਸ ਵੀ ਯਾਰ ਆਪਣੀ ਜੇਬ ਦੇ ਵਿੱਚੋਂ ਕੋਲੋਂ ਦੇਣੀ ਪੈਂਦੀ ਆ। ਉਹ ਜਿਹੜੀ ਮਤਲਬ ਕਿ ਬਈ $1000 ਵੀ ਹੋ ਸਕਦੀ ਆ। ਉਹ ਜ਼ਿਆਦਾ ਫੀਸ ਵੀ ਇਸ ਕਰਕੇ ਰੱਖੀ ਹੁੰਦੀ ਆ ਵੀ ਸਜ਼ਾ ਦਾ ਇੱਕ ਜੁਰਮਾਨੇ ਦੇ ਤੌਰ ਤੇ ਹੀ ਆ ਵੀ ਤੂੰ ਨਹੀਂ ਪਹਿਲਾਂ ਅਕਲ ਦੇ ਨਾਲ ਚੱਲਣ ਦੀ ਕੋਸ਼ਿਸ਼ ਕੀਤੀ ਤੇ ਤਦ ਕਰਕੇ ਵੀ ਹੁਣ ਇਹ ਵੀ ਫਿਰ ਮਹਿੰਗੀਆਂ ਫੀਸਾਂ ਤਾਰਨਾ ਵੀ ਉਸ ਦਾ ਪਾਰਟ ਆ ਜੀ। ਸੋ ਕੁੱਲ ਮਿਲਾ ਕੇ ਫਿਰ ਹੁਣ ਇਹ ਜਿਹੜਾ ਜੀ ਵੀ ਡਰਾਈਵਰ ਇੰਪਰੂਵਮੈਂਟ ਕੋਰਸ ਆ ਜਿਹੜਾ ਜੀ ਵੀ ਉਹਦੀਆਂ ਮਨਜ਼ੂਰ ਸ਼ੁਦਾ ਜਿਹੜੇ ਚਲੋ ਵੀ ਕੰਟਰੈਕਟਰਸ ਹੈਗੇ ਆ ਜਾਂ ਅਪਰੂਵਡ ਇਹ ਕੋਰਸ ਆਪਰੇਟਰਸ ਹੈਗੇ ਆ ਵੀ ਉਹਨਾਂ ਦੇ ਕੋਲ ਜਾ ਕੇ ਕੀਤਾ ਜਾ ਸਕਦਾ। ਤੇ ਉਹ ਓਨਟਾਰੀਓ ਪ੍ਰੋਵਿੰਸ ਜਿਹੜੇ ਜੀ ਮੋਨੀਟਰ ਕਰਦੇ ਆ ਉਹ ਕੋਰਸ ਪ੍ਰੋਵਾਈਡਰਸ ਨੂੰ ਜੀ। ਲਿਹਾਜ਼ ਨਾਲ ਅੱਜ ਵੀ ਜਿਹੜੇ ਸਟੰਟ ਡਰਾਈਵਰ ਆ ਉਹਨਾਂ ਦੇ ਲਈ ਇਹ ਅਨਦਰ ਪੈਨਲਟੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੁਣ 1 ਤਰੀਕ ਤੋਂ ਹੀ ਵੀ ਜੇ ਜਦੋਂ ਚਾਰਜ ਹੋ ਗਏ ਕਹ ਲਓ ਵੀ ਉਸ ਤੋਂ ਬਾਅਦ ਕਨਵਿਕਟ ਹੋ ਗਏ ਤੇ ਫਿਰ ਇਹ ਡਰਾਈਵਰ ਇੰਪਰੂਵਮੈਂਟ ਕੋਰਸ ਹੈ ਜਿਹੜਾ ਕੀਤੇ ਬਿਨਾਂ ਲਾਇਸੈਂਸ ਦੁਬਾਰਾ ਜੇਬ ਦੇ ਵਿੱਚ ਨਹੀਂ ਪੈਣਾ। 9058131320 ਜੋਲ ਸਾਹਿਬ, ontario consumers ਥੋੜੀ ਜੀ ਟੈਂਪਰੇਰੀ ਕਹਿ ਲਓ ਕਿ ਰਾਹਤ ਮਿਲ ਰਹੀ ਹੈ ਜੀ। ਉਹਨਾਂ ਨੂੰ ਟੈਕਸ ਕੱਟ ਆਫ ਐਟ 5.7 ਸੈਂਟਸ ਪਰ ਲੀਟਰ ਜੁਲਾਈ 1 ਤੋਂ ਇਹ ਲਾਗੂ ਹੋ ਰਿਹਾ ਤੇ ਸਿਰਫ 6 ਮਹੀਨੇ ਵਾਸਤੇ ਹੋਵੇਗਾ ਕਿਉਂਕਿ ਇਲੈਕਸ਼ਨ ਉਦੋਂ ਤੱਕ ਲੰਘ ਜਾਣੀ ਨਾ। ਫਿਰ ਕੁੱਲ ਮਿਲਾ ਕੇ ਇਹ ਹੈ ਜੀ ਵੀ ਵੈਸੇ ਹੁਣ ਆਪਾਂ ਦੇਖ ਰਹੇ ਹਾਂ ਵੀ ਗੈਸ ਦੀ ਪ੍ਰਾਈਸ ਤਾਂ ਡੇਲੀ ਬੇਸਿਸ ਤੇ ਚਰਚਾ ਦੇ ਵਿੱਚ ਹੈ, ਕਦੀ ਅਪ ਕਦੀ ਡਾਊਨ ਆ। ਵੀਕਐਂਡ ਦੇ ਦੌਰਾਨ ਵੀ ਮਤਲਬ ਇੱਕ ਦਿਨ 5 ਸੈਂਟ ਥੱਲੇ ਨੂੰ ਚੱਲ ਗਈ, ਅਗਲੇ ਦਿਨ 6 ਸੈਂਟ ਉੱਪਰ ਨੂੰ ਚੱਲ ਗਈ। ਤੇ ਕੁੱਲ ਮਿਲਾ ਕੇ ਜਾਣੀ ਕਿ ਉੱਥੇ ਕੀ ਜਿਹੜੀ ਹੁਣ ਘੁੰਮ ਰਹੀ ਆ ਪ੍ਰਾਈਸ ਤੇ ਘੁੰਮਣੀ ਵੀ। ਕਾਰਬਨ ਟੈਕਸ ਵੀ ਆ ਚੁੱਕਾ 1 ਤਰੀਕ ਤੋਂ $2 ਸੈਂਟ ਆ ਜਿਹੜਾ ਪਰ ਲੀਟਰ ਤੇ ਲੱਗਣ ਤੋਂ ਬਾਅਦ। ਹਾਂਜੀ, ਹੁਣ ਕੁੱਲ ਮਿਲਾ ਕੇ ਜਾਣੀ 10-11 ਸੈਂਟ ਤੇ ਕਾਰਬਨ ਟੈਕਸ ਦੇ ਹੀ ਆ। ਪਰ ਇਹ ਲੇਕਿਨ ਕਿ ਇਸ ਪ੍ਰੋਵਿੰਸ਼ੀਅਲ ਗਵਰਨਮੈਂਟ ਡਗਲਸ ਫੋਰਡ ਹੋਣਾ ਦੀ ਇਹਨਾਂ ਦਾ ਇਹ ਪ੍ਰੋਮਿਸ ਸੀਗਾ ਇਲੈਕਸ਼ਨ ਦੇ ਵਿੱਚ 2018 ਦੇ ਵਿੱਚ ਕਿ ਅਸੀਂ ਆਵਾਂਗੇ ਤੇ ਗੈਸ ਦੀ ਪ੍ਰਾਈਸ ਆ ਜਿਹੜੀ ਜੀ 10 ਸੈਂਟ ਪਰ ਲੀਟਰ ਘਟਾਵਾਂਗੇ। ਪਰ ਘਟਣ ਦੀ ਬਜਾਏ ਆਪਾਂ ਦੇਖਿਆ ਵੀ ਪ੍ਰਾਈਸ ਜਿਹੜੀ ਆ ਵੱਧਦੀ ਗਈ ਹੈ। ਪਹਿਲਾਂ ਫੈਡਰਲ ਗਵਰਨਮੈਂਟ ਵੱਲ ਨੂੰ ਦੇਖਿਆ ਗਿਆ ਕਿ ਸ਼ਾਇਦ ਉਹ ਕਾਰਬਨ ਟੈਕਸ ਦੇ ਵਿੱਚ ਜਾਂ HST ਦੇ ਵਿੱਚ GST ਦੇ ਵਿੱਚ ਕੋਈ ਰਿਲੀਫ ਦੇ ਦੇਣਗੇ, ਪਰ ਉਹਨਾਂ ਨੇ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਕੀਤੀ। ਤੇ ਫਿਰ ਹੁਣ ਜੀ ਇਲੈਕਸ਼ਨ ਕੰਪੇਨ ਦੇ ਵਿੱਚ ਕਿਉਂਕਿ ਕੁੱਦਣਾ ਪੈਣਾ 4-5 ਮਈ ਤੋਂ ਆਫੀਸ਼ੀਅਲੀ ਕੰਪੇਨ ਵੀ ਸ਼ੁਰੂ ਹੋ ਜਾਣੀ ਆ ਕਿ ਘੱਟ ਕ੍ਰਿਟਿਸਿਜ਼ਮ ਦਾ ਜਿਹੜਾ ਵੀ ਸਾਹਮਣਾ ਕਰਨਾ ਪਵੇ ਕਿ ਵਾਅਦੇ ਤੁਸੀਂ ਪਿਛਲੀ ਵਾਰੀ ਤੇ ਆਹ ਕੀਤਾ ਸੀ ਪੂਰਾ ਨਹੀਂ ਕੀਤਾ ਤੇ ਹੁਣ ਤੁਸੀਂ ਗਾਂਹ ਜਿਹੜੇ ਵਾਅਦੇ ਕਰ ਰਹੇ ਆ ਕਿੰਨਾ ਕੁ ਯਕੀਨ ਕਰੀਏ ਤੁਹਾਡੇ ਉੱਤੇ। ਕੁੱਲ ਮਿਲਾ ਕੇ ਅੱਜ ਜਿਹੜੇ ਜੀ ਵੀ ਐਨਰਜੀ ਮਿਨਿਸਟਰ ਆ ਪਤਾ ਲੱਗ ਰਿਹਾ ਵੀ ਉਹ ਸ਼ਾਇਦ ਪ੍ਰੋਵਿੰਸ਼ੀਅਲ ਪਾਰਲੀਮੈਂਟ ਦੇ ਵਿੱਚ ਬਿੱਲ ਲੈ ਕੇ ਆਉਣਗੇ ਜਿਹਦੇ ਵਿੱਚ ਕਿ ਜਿਹੜਾ ਜੀ ਵੀ ਇਹ ਗੈਸ ਦੇ ਟੈਕਸ ਦੇ ਵਿੱਚ 5.7 ਸੈਂਟ ਪਰ ਲੀਟਰ ਤੇ ਜਿਹੜਾ ਕੱਟ ਆ ਉਹ ਪ੍ਰਪੋਜ਼ਡ ਹੋਊਗਾ ਤੇ ਜੋ ਕਿ ਫਿਰ 1 ਜੁਲਾਈ ਤੋਂ ਅਗਲੇ 6 ਮਹੀਨਿਆਂ ਦੇ ਲਈ ਹੋਊਗਾ ਜੀ। ਜੋਲ ਸਾਹਿਬ, ਇੱਕ 20 ਸਾਲਾ ਓਲਡ
ਕੁੜੀ ਹੈ ਜੀ ਜਿਸ ਨੇ ਇਸ ਵੀਕਐਂਡ ਦੇ ਵਿੱਚ ਪੁਲਿਸ ਨੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈ ਬਿਕਾਜ਼ ਫਰਾਡ ਫੋਨੀ ਫੋਨ ਕਾਲਸ ਜਿਹੜੇ ਬਜ਼ੁਰਗਾਂ ਨੂੰ ਲੈ ਕੇ ਠੱਗ ਰਹੇ ਸੀ ਐਂਡ ਬਹੁਤ ਸਾਰੀਆਂ ਕਹਿ ਲਓ ਕਿ ਫਰਾਡਸ ਇਸ 20 ਸਾਲਾ ਕੁੜੀ ਨੇ ਕੀਤੀਆਂ ਹੋਣਗੀਆਂ ਅਤੇ ਇਹਦਾ ਜੋ ਕਹਿ ਲਓ ਕਿ ਗਰੁੱਪ ਆ ਗੈਂਗ ਆ ਉਹ ਕਾਫੀ ਵੱਡਾ ਵੀ ਹੋ ਸਕਦਾ ਹੈ। ਯੈਸ, ਕਿਉਂਕਿ ਜਿਹੜੀ ਫਰਾਡ ਕਾਲ ਦੇ ਵਿੱਚ ਇਹ ਹੁੰਦਾ ਨਾ ਜੀ ਹੁਣ ਅਸੀਂ ਫਲਾਨੇ ਬੋਲਦੇ ਹਾਂ, ਅੱਛਾ ਤੁਹਾਨੂੰ ਲੈਂਗੁਏਜ ਨਹੀਂ ਆਉਂਦੀ, ਅਸੀਂ ਫਲਾਨਾ ਤੁਹਾਡੇ ਅਗਲੇ ਅਫਸਰ ਗੱਲ ਕਰਨਗੇ ਜੀ, ਫਿਰ ਉਹ ਅੱਛਾ ਹੁਣ ਤੁਸੀਂ ਕੋਈ ਹੋਰ ਤੁਹਾਡੇ ਸਵਾਲ ਆ ਤੇ ਫਿਰ ਸਾਡੇ ਦੂਜੇ ਅਫਸਰ ਤੁਹਾਡੇ ਨਾਲ ਗੱਲਾਂ ਕਰਨਗੇ। ਸੋ ਇੱਦਾਂ ਦੇ ਯਾਨੀ ਕਿ ਇਹ ਝੋਲਾ ਛਾਪ ਆਪਸ ਦੇ ਵਿੱਚ ਕਹਿ ਲਓ ਕਿ ਗੈਂਗਸਟਰ ਇਹ ਰਲੇ ਹੁੰਦੇ ਆ ਜਾਂ ਰਲੀਆਂ ਹੁੰਦੀਆਂ ਜੀ। ਉਹਦੇ ਵਿੱਚ ਹੀ ਜਾਣੀ ਕਿ ਮਿਸਿਸਾਗਾ ਦੇ ਵਿੱਚ ਇਹ ਬਜ਼ੁਰਗ ਕੋਈ ਹੈਗੇ 75 ਕੁ ਸਾਲ ਦੇ, ਉਹਨਾਂ ਨੂੰ ਪਹਿਲਾਂ ਕਿਸੇ ਬੰਦੇ ਦਾ ਫੋਨ ਆਇਆ, ਉਹ ਕਹਿਣ ਲੱਗਾ ਜੀ ਮੈਂ ਤੁਹਾਡਾ ਪੋਤਾ ਆ ਜੀ, ਮੈਂ ਤਾਂ ਘਿਰ ਗਿਆ ਮੁਸ਼ਕਲਾਂ ਦੇ ਵਿੱਚ ਤੇ ਮੈਨੂੰ ਫੜ ਲਿਆ ਪੁਲਿਸ ਨੇ, ਤੇ ਪੁਲਿਸ ਇੱਥੇ ਜਿਹੜੀ ਬੇਲ ਕਰਾਉਣ ਦੇ ਲਈ $10,000 ਚਾਹੀਦੇ ਆ ਹਨਾ। ਤੇ ਉਹ ਕਹਿਣ ਲੱਗਾ ਜੀ ਲਓ ਜੀ ਮੈਂ ਤੁਹਾਡੀ ਪੁਲਿਸ ਅਫਸਰ ਨਾਲ ਗੱਲ ਵੀ ਕਰਾਉਣਾ ਜੀ। ਉਹ ਪੁਲਿਸ ਅਫਸਰ ਨੇ ਫੜ ਲਿਆ, ਕਹਿੜੋ ਜਿਹੜਾ ਉਹਨਾਂ ਦਾ ਠੱਗ ਦਾ ਨਾਲ ਦਾ ਹੀ ਸੀ। ਫਿਰ ਉਹ ਕਹਿਣ ਲੱਗਾ ਜੀ ਵੀ ਅਸੀਂ ਇਹਨੂੰ ਹੁਣ ਤਾਂ ਛੱਡ ਸਕਦੇ ਹਾਂ ਜੇ $10,000 ਦੀ ਅਮਾਊਂਟ ਆ ਜਿਹੜੀ ਬੇਲ ਆ ਉਹ ਤੁਸੀਂ ਰੱਖੋਗੇ ਤਾਂ। ਤੇ ਫਿਰ ਕਹਿਣ ਲੱਗੇ ਜੀ ਵੀ ਤੁਹਾਡੇ ਘਰੋਂ ਹੀ ਆ ਕੇ ਲੈ ਜਾਵਾਂਗੇ। ਅੱਛਾ, ਉਹ ਘਰੋਂ ਲੈਣ ਦੇ ਲਈ ਬਜ਼ੁਰਗਾਂ ਦੇ ਕੋਲ ਭੇਜਿਆ ਉਹ ਇਸ ਲੜਕੀ ਨੂੰ 20 ਸਾਲ ਦੀ ਨੂੰ, ਇਹਨੂੰ ਜਦੋਂ ਭੇਜਿਆ ਤੇ ਬਕਾਇਦਾ ਤੌਰ ਤੇ ਫਿਰ ਕੁੱਲ ਮਿਲਾ ਕੇ ਇਨ ਬਿਟਵੀਨ ਕੀ ਹੋਇਆ ਵੀ ਪੁਲਿਸ ਦੇ ਕੋਲ ਆਲਰੇਡੀ ਇਨਫੋਰਮੇਸ਼ਨ ਸੀਗੀ ਤੇ ਜਦੋਂ ਇਹ ਪੈਸੇ ਲੈ ਗਈ ਤੇ ਬਜ਼ੁਰਗਾਂ ਨੇ ਟੈਲੀਵਿਜ਼ਨ ਤੇ ਜਾਣੀ ਕਿ ਇਸ ਲੜਕੀ ਦੀ ਆਪ ਫੋਟੋ ਦੇਖੀ ਕਿ ਇਹਨੂੰ ਤਾਂ ਪੁਲਿਸ ਲੱਭਦੀ ਫਿਰਦੀ ਹੈ 20 ਸਾਲ ਦੀ ਨੂੰ। ਅੱਛਾ, ਫਿਰ ਉਹਨਾਂ ਨੇ ਜਦੋਂ ਪੁਲਿਸ ਦੇ ਨਾਲ ਕੰਟੈਕਟ ਕੀਤਾ ਤੇ ਫਿਰ ਕੁੱਲ ਮਿਲਾ ਕੇ ਜਾਣੀ ਇਸੇ ਵੀਕਐਂਡ ਤੇ ਇਹ ਪੁਲਿਸ ਦੇ ਹੱਥ ਜਿਹੜੀ ਆ ਜੀ ਫਿਰ ਇਹ ਕੁੜੀ ਆ ਗਈ ਹੈ 20 ਸਾਲ ਦੀ ਜਿਹੜੀ ਹੈਗੀ ਆ। ਸੋ ਇਹਨੂੰ ਹੁਣ ਇਹ ਆ ਜੀ ਵੀ ਇੱਕ ਤੇ ਇਹ ਜਿਹੜੀ ਆ ਮਤਲਬ ਮਿਸ਼ੇਲ ਜਾਰਡਨ ਇਹਦਾ ਨਾਂ ਦੱਸਿਆ ਗਿਆ 20 ਸਾਲ ਦੀ ਇਹ ਹਨਾ। ਅੱਛਾ, ਸੋ ਇਹਦੇ ਨਾਲ ਹੀ ਫਿਰ ਜਿਹੜੇ ਹੁਣ ਬਾਕੀ ਦੇ ਜਾਣੀ 2 ਆ ਉਹ ਅਜੇ ਫੜਨੇ ਬਾਕੀ ਆ। ਜਿਹੜਾ ਪਹਿਲਾਂ ਕਹਿੰਦਾ ਸੀ ਮੈਂ ਪੋਤਾ ਆ ਜੀ, ਦੂਜਾ ਕਹਿੰਦਾ ਸੀ ਮੈਂ ਪੁਲਿਸ ਅਫਸਰ ਆ ਜੀ, ਕਿੰਨੇ ਕੁ ਹੋਰ ਇਹਨਾਂ ਦੇ ਨਾਲ ਗਾਂਹ ਰਲੇ ਹੋ ਸਕਦੇ ਆ ਜੀ। ਸੋ ਇਹ ਆ ਜੀ ਪੁਲਿਸ ਦੇ ਹੱਥ ਤਾਂ ਹੁੰਦੇ ਲੰਮੇ ਆਪਾਂ ਪਰ ਜੇ ਹੁਣ ਬੈਠ ਕੇ ਇੰਡੀਆ ਬੰਬੇ ਤੋਂ ਕੋਈ ਫੋਨ ਕਰ ਰਿਹਾ ਉਹਦੇ ਲਈ ਨਹੀਂ ਪੁਲਿਸ ਇੱਥੇ ਕੈਨੇਡਾ ਦੀ ਕੁਛ ਕਰ ਸਕਦੀ। ਪਰ ਜਿੱਥੇ ਉਹਨਾਂ ਦਾ ਜਾਣੀ ਹੱਥ ਪੈਂਦਾ ਪੈ ਜਾਵੇ ਇਹਨਾਂ ਦੀ ਦਾੜ ਥੱਲੇ ਕੋਈ ਆ ਜਾਏ ਉਹਨੂੰ ਤੇ ਪੀ ਦਿੰਦੇ ਆ ਮਤਲਬ ਪੂਰੀ ਤਰ੍ਹਾਂ ਉਹ ਨਹੀਂ ਮੁੜ ਕੇ ਉੱਠ ਸਕਦਾ ਜਾਂ ਉੱਠ ਸਕਦੀ ਹੈ ਨਾ ਜੀ। ਆਪਾਂ ਨੂੰ ਲੱਗਦਾ ਰਹਿੰਦਾ ਵੀ ਇਹ ਕਰਦੇ ਨਹੀਂ ਕੁਛ, ਕਰਦੀਆਂ ਨਹੀਂ ਕੁਛ, ਪਰ ਅਕਸਰ ਇਹ ਪੁਲਿਸਾਂ ਜਾਂ ਇੱਥੇ ਜੱਜ ਜਿਹੜੇ ਆ ਕੋਰਟਸ ਇਸ ਕਰਕੇ ਨਹੀਂ ਬਣਾਏ ਗਏ ਵੀ ਉਹਨਾਂ ਨੇ ਕੁਛ ਕਰਨਾ ਨਹੀਂ, ਉਹ ਬਥੇਰਾ ਕੁਛ ਕਰਦੇ ਆ ਪਰ ਗੱਲ ਸਿਰਫ ਉਹਨਾਂ ਦੇ ਹੱਥ ਪੈਣ ਦੀ ਹੁੰਦੀ ਆ ਜੀ। ਸੋ ਕੁੱਲ ਮਿਲਾ ਕੇ ਇਹ ਹੈ ਜੀ ਵੀ ਇਹ ਹੁਣ ਆ ਗਈ ਆ ਕਾਬੂ ਤੇ ਇਹਦੀ ਵੈਸੇ ਨਿਸ਼ਾਨਦੇਹੀ ਦੇ ਆਧਾਰ ਤੇ ਹੋਰ ਵੀ ਇਹਦਾ ਜਿਹੜਾ ਸਕੈਂਡਲ ਆ ਉਹ ਬੇਨਕਾਬ ਹੋਣ ਦੀ ਸੰਭਾਵਨਾ ਹੈਗੀ ਆ। ਸੋ ਇਹ ਜਿਹੜਾ ਗ੍ਰੈਂਡ ਪੇਰੈਂਟ ਸਕੈਮ ਚੱਲਦਾ ਉਸ ਦੇ ਪ੍ਰਤੀ ਖਾਸ ਤੌਰ ਤੇ ਜੇ ਬਜ਼ੁਰਗਾਂ ਨੂੰ ਟੈਲੀਫੋਨ ਕੋਈ ਆਵੇ ਨਾ ਤੇ ਜਰਾ ਕੁ ਵੀ ਕੋਈ ਗੱਲ ਜਿਹੜੀ ਆ ਸਮਝ ਤੋਂ ਬਾਹਰ ਹੋਵੇ ਤੇ ਬਜਾਏ ਇਹਦੇ ਕਿ ਕਾਹਲੀ ਨਾਲ ਪੈਸੇ ਟ੍ਰਾਂਸਫਰ ਕਰੀਏ ਜਾਂ ਭੇਜੀਏ, ਜ਼ਰੂਰ ਆਪਣੇ ਭੈਣ ਭਰਾਵਾਂ ਨੂੰ, ਰਿਸ਼ਤੇਦਾਰਾਂ ਨੂੰ, ਫੈਮਿਲੀ ਦੇ ਨਾਲ ਗੱਲ ਸ਼ੇਅਰ ਕਰ ਲੈਣੀ ਚਾਹੀਦੀ। ਓਨਟਾਰੀਓ ਮਿਊਨਿਸਪਲ ਇਲੈਕਸ਼ਨਸ 24 ਅਕਤੂਬਰ ਨੂੰ ਆ ਰਹੇ ਨੇ ਤੇ ਸਬਬ ਨਾਲ ਇਸ ਦਿਨ ਦੀਵਾਲੀ ਅਤੇ ਬੰਦੀ ਛੋੜ ਦਿਵਸ ਵੀ ਹੈ ਜੀ। ਹਾਂਜੀ, ਇਸ ਵਾਰ ਨਾ ਜਿਹੜੀ ਦੀਵਾਲੀ ਦਾ ਦਿਨ ਆ ਉਹ ਹੈਗਾ 24 ਅਕਤੂਬਰ। ਅੱਛਾ, ਤੇ ਉਹਦੇ ਨਾਲ ਹੀ ਫਿਰ ਬੰਦੀ ਛੋੜ ਦਿਵਸ ਵੀ ਹੁੰਦਾ ਹੈ। ਉਹ ਨੈਚੁਰਲੀ ਫਿਰ 24 ਅਕਤੂਬਰ ਨੂੰ ਹੀ ਹੈ। 24 ਅਕਤੂਬਰ ਨੂੰ ਸਾਡੇ ਇੱਥੇ ਜੀ ਕਿ ਜਿਹੜੀਆਂ ਮਿਊਨਿਸਪੈਲਿਟੀਜ਼ ਹੈਗੀਆਂ ਓਨਟਾਰੀਓ ਦੇ ਵਿੱਚ ਉਹਨਾਂ ਦੀ 4 ਸਾਲ ਬਾਅਦ ਇਲੈਕਸ਼ਨ ਹੁੰਦੀ ਹੈ ਤੇ ਉਹ ਜਿਹੜੀ ਇਲੈਕਸ਼ਨ ਹੈ ਜੀ ਬਕਾਇਦਾ ਤੌਰ ਤੇ ਸਕੈਜੂਅਲ ਕੀਤੀ ਹੋਈ ਹੈ ਤੇ ਉਹਦੇ ਵਾਸਤੇ ਨੋਮੀਨੇਸ਼ਨ ਪ੍ਰੋਸੈਸ ਆ ਜਿਹੜਾ ਜੀ 2 ਮਈ ਨੂੰ ਸ਼ੁਰੂ ਹੋ ਕੇ ਤੇ 19 ਅਗਸਤ ਤੱਕ ਚੱਲਣਾ ਜੀ। ਉਸ ਤੋਂ ਬਾਅਦ ਜਿਹੜਾ ਜੀ 24 ਅਕਤੂਬਰ ਨੂੰ ਇਲੈਕਸ਼ਨ ਡੇ ਆ ਇੱਥੇ ਓਨਟਾਰੀਓ ਦੇ ਵਿੱਚ ਮਿਊਨਿਸਪਲ। ਪਰ ਇਹ ਹੈ ਜੀ ਫਿਰ ਹੁਣ ਰਾਤ ਨੂੰ ਜੇ ਦੀਵਾਲੀ ਵੀ ਹੋਈ ਤੇ ਜਿਹੜੇ ਤੇ ਕੈਂਡੀਡੇਟ ਜਿੱਤ ਜਾਣਗੇ ਉਹਨਾਂ ਨੂੰ ਵੱਖਰੇ ਪਟਾਕੇ ਚਲਾਉਣ ਦੀ ਫਿਰ ਲੋੜ ਨਹੀਂ ਪੈਣੀ ਹਨਾ। ਉਹਨਾਂ ਲਈ ਤਾਂ ਚੱਲ ਹੀ ਰਹੇ ਹੋਣੇ, ਲੋਕਾਂ ਸਿਟੀ ਦੇ ਵਿੱਚ ਲੋਕਾਂ ਨੇ ਵੈਸੇ ਚਲਾ ਰਹੇ ਹੋਣਾ ਜੀ ਮਿਲਾ ਕੇ। ਲੇਕਿਨ ਕਿ ਇਹ ਹੈ ਜੀ ਵੀ ਜਿਹੜੇ ਹਾਰੇ ਹੋਏ ਫਿਰ ਲੋਕ ਹੋਣਗੇ ਉਹਨਾਂ ਨੂੰ ਸ਼ਾਇਦ ਉਹ ਪਟਾਕੇਬਾਜ਼ੀ ਵਾਲੀ ਨਾ ਵੀ ਚੰਗੀ ਲੱਗੇ ਉਸ ਰਾਤ। ਬਟ ਜੌਲ ਸਾਹਿਬ ਇਹਦੇ ਵਿੱਚ ਕਾਫੀ ਕੰਟਰਡਿਕਟਿੰਗ ਵੀ ਹੋਵੇਗਾ ਕਿ ਕਈਆਂ ਨੇ ਆਪਣੇ ਘਰ ਦੇ ਵਿੱਚ ਫੰਕਸ਼ਨਸ ਰੱਖੇ ਹੋਣੇ ਆ, ਕਈਆਂ ਨੇ ਗੁਰਦੁਆਰੇ ਜਾਣਾ ਹੋਵੇਗਾ। ਡੋਂਟ ਯੂ ਥਿੰਕ ਕਿ ਟਾਈਮ ਲੱਗੇਗਾ ਜੀ, ਥੋੜਾ ਜਿਹਾ ਵੋਟ ਨੂੰ ਇਫੈਕਟ ਹੋਵੇਗਾ? ਦੇਖੋ ਜੀ, ਵੋਟ ਜਿਹੜੀ ਆ ਨਾ ਪੋਲਿੰਗ ਵੈਸੇ ਤਾਂ ਇਹਨਾਂ ਨੇ ਇਸ ਵਾਰ ਟਾਈਮ ਘਟਾ ਦਿੱਤਾ ਵੀ ਸਵੇਰੇ 10 ਵਜੇ ਜਿਹੜੀਆਂ ਜੀ ਵੋਟਾਂ ਸ਼ੁਰੂ ਹੋ ਜਾਣੀਆਂ ਤੇ ਰਾਤ ਨੂੰ 8 ਵਜੇ ਤੱਕ ਉਹ ਪੈਣੀਆਂ ਆ। ਅੱਛਾ, ਓਕੇ। ਸੋ ਸਾਰਾ ਦਿਨ ਹੀ ਪਈ ਜਾਣੀਆਂ ਤੇ ਉਹ ਲੇਕਿਨ ਕਿ ਆਮ ਤੌਰ ਤੇ 9 ਵਜੇ ਵੋਟਾਂ ਜਿਹੜੀਆਂ ਸਵੇਰੇ ਸ਼ੁਰੂ ਹੋ ਜਾਂਦੀਆਂ ਹੁੰਦੀਆਂ ਸੀਗੀਆਂ, ਪਰ 1 ਘੰਟਾ ਇਸ ਵਾਰ ਕਿਉਂ ਘਟਾਇਆ ਇਹਦੇ ਬਾਰੇ ਦੱਸਿਆ ਕੁਛ ਨਹੀਂ ਗਿਆ। ਚੁੱਪ ਕਰਕੇ ਜੀ ਰਾਜੀ ਵੀ ਹੁਣ 10 ਵਜੇ ਤੋਂ ਲੈ ਕੇ 8 ਵਜੇ ਤੱਕ ਜਾਣੀ ਜਿਹੜਾ ਵੋਟਾਂ ਦਾ ਸਮਾਂ ਰੱਖਿਆ ਗਿਆ। ਪਰ ਉਸ ਤੋਂ ਪਹਿਲਾਂ ਐਡਵਾਂਸ ਪੋਲਸ ਐਡਵਾਂਸ ਪੋਲਸ ਹੋਣੇ ਬਿਲਕੁਲ। ਇਸ ਮੁਲਕ ਦੇ ਵਿੱਚ ਇਹ ਸ਼ਿਕਾਇਤ ਕਰਨ ਦੀ ਬਹੁਤ ਘੱਟ ਸੰਭਾਵਨਾ ਬਣਦੀ ਆ ਵੀ 5-6 ਦਿਨ ਜਿਹੜੇ ਵੋਟਾਂ ਦੇ ਦਿੱਤੇ ਜਾਂਦੇ ਆ ਐਡਵਾਂਸ ਪੋਲਿੰਗ ਦੇ ਵਿੱਚ ਵੀ
ਤੇ ਮੈਨੂੰ ਤਾਂ ਜੀ ਟਾਈਮ ਹੀ ਨਹੀਂ ਮਿਲਿਆ। ਹੁਣ ਜਿਹੜੇ ਬੰਦੇ ਨੂੰ ਇੱਕ ਪੂਰੇ ਹਫ਼ਤੇ 'ਚ ਮਤਲਬ ਕੁਝ ਪਲ ਵੋਟ ਪਾਉਣ ਦੇ ਲਈ ਟਾਈਮ ਨਹੀਂ ਮਿਲਿਆ, ਸੋ ਉਹ ਐਕਸਕਿਊਜ਼ ਆਮ ਤੌਰ ਤੇ ਹੈ ਜਿਹੜੇ 'ਚ ਵੀ ਰੈਲੇਵੈਂਟ ਨਹੀਂ ਹੁੰਦਾ। ਜੀ ਬਿਲਕੁਲ ਜੀ। ਜਦੋਂ ਕਿ ਇਲੈਕਸ਼ਨ ਡੇ ਵਾਲੇ ਦਿਨ ਵੀ ਜੇ ਐਡਵਾਂਸ ਪੋਲ ਦੇ ਵਿੱਚ ਕੋਈ ਇਹੋ ਜਿਹਾ ਸਮਾਂ ਨਹੀਂ ਸੀ, ਇੰਪਲੋਇਮੈਂਟ ਦੇ ਵਿੱਚ ਬੰਦਾ ਇੰਨਾ ਬਿਜ਼ੀ ਸੀ, ਤੇ ਇੰਪਲੋਇਰ ਪੇਡ ਟਾਈਮ ਵੀ ਦੇਣ ਲਈ ਪਾਬੰਦ ਹੁੰਦਾ ਨਾ ਜੀ ਵੋਟਰ ਨੂੰ। ਸੋ ਆਨੇ ਬਹਾਨੇ ਜਿਹੜੇ ਮਤਲਬ ਹੇਰਾਫੇਰੀ ਨਾਲ ਟਾਈਮ ਲੈਣ ਦੀ ਕੋਸ਼ਿਸ਼ ਕਰਦੇ ਜਾਂ ਕਰਦੀਆਂ, ਉਹ ਤੇ ਸਾਡੀਆਂ ਦਿਮਾਗਾਂ ਦੀਆਂ ਆਪਣੀਆਂ ਕੂੜ ਕਪਾੜੇ ਤੇ ਬੇਈਮਾਨੀਆਂ ਹੈ ਨਾ। ਪਰ ਇਸ ਮੁਲਕ ਨੇ ਸਿਸਟਮ ਬੜੇ ਸਿੱਧੇ ਰੱਖੇ ਹੋਏ ਆ ਵੀ ਹਰ ਇੱਕ ਵਰਕਰ ਨੂੰ, ਹਰ ਇੱਕ ਵਿਅਕਤੀ ਨੂੰ ਕੋਈ ਬਹਾਨਾ ਨਾ ਮਿਲੇ ਵੀ ਮੈਂ ਇਸ ਕਰਕੇ ਵੋਟ ਨਹੀਂ ਪਾਉਣ ਜਾ ਸਕਿਆ, ਹੈ ਨਾ ਜੀ। ਇਹ ਭਾਰਤ ਉੱਤੇ ਪੰਜਾਬ ਦੇ ਵਿੱਚ ਤਾਂ ਇੱਕੋ ਦਿਨ ਹੀ ਆ ਨਾ ਜੀ ਵੀ ਇਲੈਕਸ਼ਨ ਤੁਸੀਂ ਵੋਟਾਂ ਪਾਉਣੀਆਂ। ਇੱਥੇ ਤੇ 6-6 ਦਿਨ ਮਤਲਬ ਵੋਟਾਂ ਤੁਸੀਂ ਦੇਖ ਰਹੇ ਹੋ ਵੀ ਐਡਵਾਂਸ ਪੋਲ ਦੇ ਵਿੱਚ ਐਂਪਲ ਓਪਰਚੁਨਿਟੀ ਹਰ ਵੋਟਰ ਦੇ ਕੋਲ ਹੁੰਦੀ ਆ ਜੀ, ਪਰ ਉਹਨੇ ਵੋਟ ਪਾਉਣੀ ਹੀ ਹੋਵੇ ਤਾਂ। ਸੋ ਲੇਕਿਨ ਕਿ ਇਹ ਮੌਕਾ ਹੋਏਗਾ ਅਕਤੂਬਰ 24 ਨੂੰ ਮਿਊਨਿਸਪਲ ਲੈਵਲ ਤੇ। ਤੁਸੀਂ ਉਸ ਵੇਲੇ ਫਿਰ ਜਿਹੜਾ ਜੀ ਮੇਅਰ ਖਾਸ ਤੌਰ ਤੇ ਕੈਂਡੀਡੇਟ ਆਉਣਗੇ, ਰੀਜਨਲ ਕੌਂਸਲ ਦੇ ਕੈਂਡੀਡੇਟ ਆਉਣਗੇ, ਕਾਉਂਸਲਰ ਦੇ ਕੈਂਡੀਡੇਟ ਆਉਣਗੇ, ਤੇ ਰੀਜਨਲ ਕੌਂਸਲ ਦੇ ਵਿੱਚ ਖਾਸ ਤੌਰ ਤੇ ਇਸ ਵਾਰ ਲੋਕ ਖਿਆਲ ਰੱਖ ਸਕਦੇ ਆ ਵੀ ਜਿਹੜੇ ਕੂੜੇ ਤੇ ਫੀਸ ਲੱਗਣੀ ਹੈ, ਲਿੰਕ ਭੈਣ ਭਰਾਵਾਂ ਨੂੰ ਭੇਜ ਰਹੇ ਆ, ਪਰ ਜੇ ਨਹੀਂ ਫੀਡਬੈਕ ਦਿੱਤੀ ਜਾ ਰਹੀ ਤੇ ਫਿਰ ਜਾਣਬੁੱਝ ਕੇ ਹੁਣ ਮਰਜ਼ੀ ਹੋਏਗੀ ਜੀ। ਜਿਹੜੇ ਇਹ ਕੈਂਡੀਡੇਟ ਹੁਣ ਡੋਰ ਟੂ ਡੋਰ ਆਉਣਗੇ ਰੀਜਨਲ ਕੌਂਸਲ ਦੇ ਮੇਅਰ ਸਮੇਤ, ਉਹਨਾਂ ਨੂੰ ਪੁੱਛਿਆ ਜਾ ਸਕਦਾ ਵੀ ਜਦੋਂ ਹੁਣ ਨਵੀਂ ਕੌਂਸਲ ਤੁਸੀਂ ਬਣ ਗਏ, ਜਾ ਕੇ ਉੱਥੇ ਬਹਿ ਗਏ, ਤੇ ਜਿਹੜਾ ਕੂੜੇ ਤੇ ਫੀਸ ਲਾਉਣ ਬਾਰੇ ਤੁਸੀਂ ਵੋਟ ਕਿੱਧਰ ਪਾਓਗੇ, ਇਹ ਇਲੈਕਸ਼ਨ ਦਾ ਇੱਕ ਮੁੱਦਾ ਹੋ ਸਕਦਾ ਜੀ। ਜੋ ਸਾਹਿਬ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਬਹੁਤ ਮਿਹਰਬਾਨੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।